ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜੁੜ ਮਿਲ ਬੈਠ ਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਗਰੀਬ ਨਿਵਾਜ ਦਾਤਾਰ ਪ੍ਰਭੂ ਦੀਨ ਦੁਨੀ ਦੇ ਮਾਲਕ ਸਤਿਗੁਰੂ ਸੱਚੀ ਸਰਕਾਰ ਤਿੰਨਾਂ ਦੇ ਬਚਨਾਂ ਨੂੰ ਪੜ੍ਹਦੇ ਸੁਣਦੇ ਆ ਰਹੇ ਹਾਂ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਦੀ ਧੁਰ ਦਰਗਾਹੀ ਗੁਰੂ ਬਾਣੀ ਤਿੰਨਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1383 ਅੰਗ ਤੋਂ ਸਾਹਿਬ ਬਾਬਾ ਭਗਤ ਫਰੀਦ ਜੀ ਤਿੰਨਾਂ ਦੀ ਰਚਨਾ ਦੁਆਰਾ ਸ਼ਲੋਕਾਂ ਦੇ ਅੰਦਰ ਜਿਹੜੇ ਬਚਨ ਉਚਾਰਨ ਕੀਤੇ ਨੇ ਉਸ ਵਿਚਾਰ ਦੁਆਰਾ ਸਾਨੂੰ ਬਖਸ਼ਿਸ਼ ਕਰਦੇ। ਦਿਆਲੂ ਕਿਰਪਾਲੂ ਪ੍ਰਭੂ ਜੀ ਮੇਰਾ ਕਰਦੇ ਨੇ ਸੰਸਾਰ ਦੇ ਵਿੱਚ ਜੀਵਾਂ ਦੀ ਆਮਦ ਹੁੰਦੀ ਹੈ। ਜੀਵ ਜਨਮ ਦੇ ਨਾਲ ਹੀ ਇੱਛਾਵਾਂ ਲੈ ਕੇ ਆਉਂਦਾ ਹੈ, ਬਹੁਤੀਆਂ ਜ਼ਿਆਦੀਆਂ। ਉਹਨਾਂ ਇੱਛਾਵਾਂ ਦੇ ਆਧਾਰਿਤ ਇਹ ਜੀਵ ਆਪਣਾ ਜੀਵਨ ਬਸਰ ਕਰਦਾ ਹੈ। ਇਹਨੂੰ ਪਤਾ ਹੀ ਨਹੀਂ ਚੱਲਦਾ ਕਿਸ ਵਕਤ ਮੌਤ ਦਾ ਫਰਿਸ਼ਤਾ ਆ ਕਰਕੇ ਇਹਦੀ ਬਾਡੀ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਲੈ ਜਾਂਦਾ ਹੈ। ਬੜੇ ਇਹ ਪ੍ਰਬੰਧ ਕਰਦਾ ਹੈ, ਕਦੇ ਵੈਦ ਹਾਕੀਮ, ਕਦੇ ਬਾਡੀਗਾਰਡ, ਕਦੇ ਖੁਰਾਕ, ਕਦੇ ਪਰਿਵਾਰ। ਇਹ ਦਰਵਾਜ਼ੇ ਬੜੇ ਮਜ਼ਬੂਤ ਰੱਖਦਾ ਹੈ। ਇਹ ਸਾਰੇ ਮੇਰੇ ਸਹਾਇਕ ਹੋਣਗੇ, ਚੰਗੀ ਮੈਡੀਸਨ, ਚੰਗੇ ਵੈਦ ਹਕੀਮ, ਚੰਗੇ ਸਿਆਣੇ ਜਿਹੜੀ ਬਾਡੀਗਾਰਡ, ਔਰ ਚੰਗੀ ਮੇਰੀ ਖੁਰਾਕ ਹੋਵੇਗੀ, ਚੰਗੇ ਮੇਰੇ ਪਰਿਵਾਰ ਦੇ ਜੀਵ ਹੋਵਣਗੇ, ਮੈਨੂੰ ਕਿਸੇ ਤੋਂ ਖਤਰਾ ਨਹੀਂ। ਮਹਾਰਾਜ ਸਾਹਿਬ ਕਹਿੰਦੇ ਜਦੋਂ ਇਹਨਾਂ ਆਪਣੇ ਦਰਵਾਜ਼ਿਆਂ ਨੂੰ ਮਜ਼ਬੂਤ ਕਰਦਾ ਜਾਂਦਾ ਹੈ, ਪਰਿਪੂਰਨ ਪਰਮਾਤਮਾ ਜਦ ਇਹਦੀ ਜਿੰਦ ਨੂੰ ਕੱਢਣਾ ਚਾਹੁੰਦਾ ਹੈ ਉਸ ਵੇਲੇ ਸਾਰੇ ਦਰਵਾਜ਼ੇ ਭੰਨ ਦਿੰਦਾ ਹੈ। ਵੈਦ ਵੀ ਬਾਹਾਂ ਖਲੀਆਂ ਕਰ ਜਾਂਦੇ, ਡਾਕਟਰ ਵੀ ਕਿ ਸਾਡੇ ਹੱਥ ਵਿੱਚ ਕੁਝ ਨਹੀਂ, ਅਸੀਂ ਕੁਝ ਨਹੀਂ ਕਰ ਸਕਦੇ। ਬਾਡੀਗਾਰਡ ਵੀ ਖੜੇ ਦੇਖਦੇ ਰਹਿ ਜਾਂਦੇ, ਖਾਦ ਖੁਰਾਕ ਵੀ ਪਈ ਰਹਿ ਜਾਂਦੀ, ਰਿਸ਼ਤੇਦਾਰ ਵੀ ਖਲੋਤੇ ਰਹਿ ਜਾਂਦੇ ਨੇ। ਮੌਤ ਦਾ ਫਰਿਸ਼ਤਾ ਸਾਰੇ ਦਰਵਾਜ਼ਿਆਂ ਨੂੰ ਭੰਨ ਕੇ ਤੋੜ ਕੇ ਇਸ ਜੀਵਾਤਮਾ ਨੂੰ ਲੈ ਜਾਂਦਾ ਹੈ। ਮਹਾਰਾਜ ਕਹਿੰਦੇ ਦੁਨੀਆ ਦੇ ਦੇਖਦਿਆਂ ਹੀ ਇਹ ਬੰਦਾ ਜਿਹੜਾ ਹੈ ਇਹਨੂੰ ਕੰਧਿਆਂ ਤੇ ਮੋਢਿਆਂ ਤੇ ਚੱਕ ਲੈਂਦੇ ਨੇ, ਸੰਸਕਾਰ ਵਾਸਤੇ, ਦਫਨ ਕਰਨ ਵਾਸਤੇ, ਅੰਤਲੀ ਯਾਤਰਾ ਵਾਸਤੇ ਲੈ ਕੇ ਤੁਰ ਪੈਂਦੇ ਨੇ। ਐ ਮਨੁੱਖ ਤੂੰ ਸਮਝ ਨਾ ਕਰ, ਤੇਰਾ ਵੀ ਇਹ ਹਾਲ ਹੋਣਾ ਹੀ। ਜਿਹੜੇ ਤੂੰ ਕਰਮ ਸੰਸਾਰ ਦੇ ਵਿੱਚ ਕਮਾਏ ਆ ਨਾ,
ਇਹ ਤੇਰੇ ਕੰਮ ਆਉਣੇ ਨੇ, ਚੰਗੇ ਨੇ ਜਾਂ ਮਾੜੇ ਨੇ, ਤੇਰੇ ਨਾਲ ਟੁਰਨੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ, ਜੀਵਨ ਨੂੰ ਸੰਸਾਰ ਵਿੱਚ ਰਹਿੰਦਿਆਂ ਸਮਝ ਨਾ ਆਇਆ। ਬਾਬਾ ਫਰੀਦ ਸਾਹਿਬ ਇਹਨੂੰ ਪ੍ਰਮਾਣ ਦੇ ਕੇ, ਐਗਜ਼ੰਪਲ ਦੇ ਕੇ ਸਮਝਾਉਣ ਲੱਗੇ। ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਣ ਪਾਸ। ਸਾਹਿਬ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਉਹਨਾਂ ਪੰਛੀਆਂ ਤੋਂ, ਪਰਿੰਦਿਆਂ ਤੋਂ ਬਲਿਹਾਰ ਹਾਂ। ਕਿਉਂ? ਕਹਿ ਲੱਗੇ, ਦੇਖ ਸਜਣਾ ਤੇਰੇ ਕੋਲ ਮਹੱਲ ਨੇ, ਮਕਾਨ ਨੇ, ਘਰ ਨੇ, ਪਰਿਵਾਰ ਨੇ, ਚੰਗਾ ਭੋਜਨ ਮਿਲਦਾ ਹੈ ਔਰ ਚੰਗੀਆਂ ਪੁਸ਼ਾਕਾਂ ਮਿਲਦੀਆਂ ਨੇ, ਚੰਗੇ ਬਿਸਤਰ ਪੈਣ ਵਾਸਤੇ ਮਿਲਦੇ ਨੇ। ਮਹਾਰਾਜ ਸਾਹਿਬ ਕਹਿੰਦੇ, ਠੰਡ ਔਰ ਵਰਖਾ ਤੋਂ ਬਚਣ ਵਾਸਤੇ ਘਰ ਮਕਾਨ ਬਣਾਏ ਹੋਏ ਨੇ। ਓਏ ਸਜਣਾ, ਇੰਨਾ ਕੁਝ ਪ੍ਰਾਪਤ ਕਰਕੇ ਵੀ ਤੂੰ ਰੱਬ ਦਾ ਸ਼ੁਕਰ ਨਹੀਂ ਕਰਦਾ। ਓਏ ਸਜਣਾ, ਜਿਹੜੇ ਪੰਛੀ ਨੇ ਉਹਨਾਂ ਦਾ ਕੋਈ ਸ਼ਹਿਰ ਨਹੀਂ, ਉਹ ਜੰਗਲਾਂ ਦੇ ਵਿੱਚ ਰਹਿੰਦੇ, ਵਾਸਾ ਉਹਨਾਂ ਦਾ ਜੰਗਲਾਂ ਦੇ ਵਿੱਚ। ਕੱਖਾਂ ਦੇ ਉਹਨਾਂ ਆਲਣੇ ਬੁੰਡਾਏ ਨੇ ਤੇ ਖੁਰਾਕ ਉਹਨਾਂ ਵਿਚਾਰਿਆਂ ਦੀ ਕੀ ਆ? ਜੇ ਕਿਤੇ ਦਾਣੇ ਮਿਲ ਗਏ ਤਾਂ ਠੀਕ ਏ, ਨਹੀਂ ਤਾਂ ਕੰਕਰਾਂ ਜਿਹੜੇ ਛੋਟੇ ਛੋਟੇ ਟੁਕੜੇ ਨੇ, ਕੱਚ ਆਦਿ ਦੇ, ਕਣਕ ਆਦਿ ਦੇ, ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਤੇ ਖਾ ਕੇ ਗੁਜ਼ਾਰਾ ਕਰਦਿਆਂ ਉਹ ਰੱਬ ਦਾ ਸ਼ੁਕਰ ਕਰਦੇ। ਤਾਂ ਹੀ ਉਹਨਾਂ ਤੋਂ ਬਾਬਾ ਫਰੀਦ ਸਾਹਿਬ ਕੁਰਬਾਨ ਜਾਂਦੇ ਨੇ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਹਨਾਂ ਤੋਂ ਕੁਰਬਾਨ ਨੇ। ਕਿੰਨਾ ਤੋਂ? ਜਿਹਨੂੰ ਸਾਹਿਬ ਗੁਰਬਾਣੀ ਅੰਦਰ ਕਹਿੰਦੇ ਨੇ, ਅੱਧ ਗੁਲਾ ਚਿੜੀ ਕਾ ਚੁਗਨ। ਅੱਧਾ ਟੋਟਾ ਦਾਣਾ ਜਿਹੜਾ ਹੈ, ਚਿੜੀਆਂ ਵਿਚਾਰੀਆਂ ਚੁਗਦੀਆਂ ਨੇ ਕਿਤੇ, ਔਰ ਸੜਕ ਤੇ ਬੈਠ ਕੇ, ਕਿਤੇ ਔਰ ਵਾਹੀ ਹੋਈ ਜ਼ਮੀਨ 'ਚ ਬੈਠ ਕੇ ਟੋਟਾ, ਅੱਧਾ ਟੋਟਾ ਉਹਨਾਂ ਨੂੰ ਮਿਲ ਜਾਏ ਔਰ ਉਹਨੂੰ ਖਾ ਕੇ ਰੱਬ ਨੂੰ ਉਹ ਲਾਮੇ ਨਹੀਂ ਦਿੰਦੀਆਂ ਕਿ ਰੱਬਾ ਆਹ ਕੀ ਕੀਤਾ ਈ, ਅੱਜ ਨਿਗੁਣੇ ਜੇ ਦੋ ਕੁ ਦਾਣੇ ਮਿਲੇ, ਉਹਨਾਂ ਦੇ ਟੁਕੜੇ ਮਿਲੇ ਨੇ, ਉਹ ਖਾ ਕੇ ਰੱਬ ਦਾ ਸ਼ੁਕਰ ਕਰਦੀਆਂ ਨੇ ਕਿ ਦਾਤਾ ਤੇਰਾ ਸ਼ੁਕਰ ਏ, ਤੂੰ ਇੰਨਾ ਕੁ ਤਾਂ ਖਾਣ ਨੂੰ ਦਿੱਤਾ ਹੈ। ਅਗਰ ਇਹ ਵੀ ਨਾ ਮਿਲਦਾ ਮੈਂ ਫੇਰ ਕੀ ਕਰਦੀ। ਔਰ ਮਹਾਰਾਜ ਗੁਰਬਾਣੀ ਅੰਦਰ ਕਹਿੰਦੇ ਨੇ, ਕਹਿੰਦੇ ਅੱਧ ਗੁੱਲਾ ਚਿੜੀ ਕਾ ਚੁਗਨ, ਗੈਨ ਚੜੀ ਬਿਲ ਲਾਏ, ਖਸਮੈ ਭਾਵੈ ਉਹ ਚੰਗੀ, ਜੋ ਕਹੇ ਖੁਦਾਏ ਖੁਦਾਏ। ਕਹਿਣ ਲੱਗੇ, ਰੱਬ ਦੇ ਭਾ ਜਾਵੇ, ਰੱਬ ਨੂੰ ਭਾਣੇ ਵਿੱਚ ਰਹਿਣ ਵਾਲੀ ਉਹ ਚੰਗੀ ਆ। ਤੇਰੇ ਵੱਲੋਂ ਨਾ ਸ਼ੁਕਰੇ ਮਨੁੱਖ, ਤੂੰ 36 ਪ੍ਰਕਾਰ ਦੇ ਭੋਜਨ ਖਾ ਕੇ, ਅਨੇਕਾਂ ਪ੍ਰਕਾਰ ਦੀਆਂ ਪੁਸ਼ਾਕਾਂ ਖੁਰਾਕਾਂ ਨੂੰ ਪਹਿਨ ਕੇ, ਖਾ ਕੇ, ਔਰ ਸੁੰਦਰ ਮਹੱਲਾਂ ਵਿੱਚ ਰਹਿ ਕੇ ਤੈਨੂੰ ਮਾਲਕ ਯਾਦ ਨਹੀਂ ਆਉਂਦਾ। ਤੇਰੇ ਨਾਲ ਉਹ ਚਿੜੀ ਚੰਗੀ ਔਰ ਉਹਨੇ ਉਡਾਰੀ ਪਰੇ ਚਿਲੋਂ ਚਿਲੋਂ ਕਰਦੀ ਆ, ਰੱਬ ਦਾ ਸ਼ੁਕਰ ਪਈ ਕਰਦੀ ਆ ਕਿ ਦਾਤਾ ਤੇਰਾ ਸ਼ੁਕਰ ਆ, ਤੂੰ ਕੁਝ ਨਾ ਕੁਝ ਤਾਂ ਖਾਣ ਨੂੰ ਦਿੱਤਾ ਹੈ। ਜੇ ਤੂੰ ਨਾ ਕਿਰਪਾ ਕਰ ਦੋ ਇਹ ਵੀ ਨਹੀਂ ਸੀ ਕੁਝ ਮਿਲਣਾ। ਉਹ ਮਹਾਰਾਜ ਕਹਿੰਦੇ, ਖਸਮੈ ਭਾਵੇ, ਉਹ ਭਾ ਗਈ, ਚੰਗੀ ਲੱਗੀ। ਕਿਉਂ ਲੱਗੀ ਚੰਗੀ ਉਹ ਚਿੜੀ? ਕਹਿ ਲੱਗੇ, ਉਹ ਜੋ ਕਹੇ ਖੁਦਾਏ ਖੁਦਾਏ, ਖੁਦਾ ਤੇਰਾ ਸ਼ੁਕਰ ਏ, ਵਾਹਿਗੁਰੂ ਤੇਰਾ ਸ਼ੁਕਰ ਏ। ਮਹਾਰਾਜ ਸਾਹਿਬ ਕਹਿੰਦੇ, ਤੈਨੂੰ ਤਾਂ ਖਾ ਪੀ ਕੇ ਰੱਬ ਚੇਤੇ ਨਹੀਂ ਆਉਂਦਾ। ਕਿਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਦੇਖਿਆ ਕਰ। ਜਿਹੜਾ ਅੱਕ ਤੇ ਜਵਾਹਾ ਹੈ ਨਾ, ਜਦ ਵਰਖਾ ਹੋਵੇ, ਮੀਂਹ ਪਵੇ, ਇਹ ਦੋਨੇ ਸੜ ਜਾਂਦੇ ਨੇ। ਇਹ ਦੋਵੇਂ ਔੜ ਵਿੱਚ ਹਰੇ ਹੁੰਦੇ ਨੇ। ਅੱਕ ਵੀ ਜਿੰਨੀ ਔੜ ਲੱਗੇਗੀ ਹਰਿਆ ਹੋਵੇਗਾ, ਤੇ ਜਵਾਹਾ ਵੀ।
ਜਦ ਵਰਖਾ ਪਵੇ ਇਹ ਸੜ ਜਾਂਦੇ ਨੇ। ਇਹਨਾਂ ਦੇ ਉੱਪਰ ਰਹਿਣ ਵਾਲੇ ਜੀਵ, ਉਹਨਾਂ ਦੀ ਇਹ ਖੁਰਾਕ ਨੇ, ਹੋਰ ਉਹ ਖਾ ਨਹੀਂ ਸਕਦੇ। ਉਹ ਹਰੇ ਹਰੇ ਅੱਕ ਦੇ ਉੱਪਰ ਇੱਕ ਨਾ ਟਿੱਡਾ ਜਿਹਾ ਬੈਠਾ ਹੁੰਦਾ, ਦੇਖਿਆ ਜੇ, ਔਰ ਮੋਟਾ ਵੀ ਹੁੰਦਾ ਹੈ, ਛੋਟਾ ਵੀ ਹੁੰਦਾ ਹੈ, ਦੋਨੇ ਪ੍ਰਕਾਰ 'ਚ ਹੀ ਹੁੰਦਾ ਹੈ। ਉਹ ਅੱਕ ਦੇ ਉੱਪਰ ਹੀ ਉਹਦਾ ਘਰ ਹੈ, ਅੱਕ ਹੀ ਉਹਦੀ ਖੁਰਾਕ ਹੈ। ਔਰ ਸਾਡਾ ਖਾਣਾ ਵੱਖਰਾ ਹੈ, ਬਾਣਾ ਵੱਖਰਾ ਹੈ, ਪਹਿਨਣਾ ਤੇ ਸੌਣਾ ਵੱਖਰਾ ਹੈ। ਇਹ ਵੱਖਰੇ ਵੱਖਰੇ ਪਾਰਟ ਨੇ, ਪਰ ਉਹਦਾ ਘਰ ਵੀ ਉੱਥੇ ਆ, ਖੁਰਾਕ ਵੀ ਉਹ ਆ। ਤੇ ਮਹਾਰਾਜ ਨੇ ਗੁਰਬਾਣੀ ਅੰਦਰ ਇਹ ਬਚਨ ਕਹੇ, ਸਾਹਿਬ ਕਹਿੰਦੇ ਅੱਕ ਸਿਉ ਪ੍ਰੀਤ ਕਰੇ ਅੱਕ ਢਿੱਡਾ, ਅੱਕ ਡਾਲੀ ਬਹਿ ਖਾਏ, ਖਸਮੈ ਭਾਵੈ ਓਹ ਚੰਗਾ, ਜੋ ਕਹੇ ਖੁਦਾਏ ਖੁਦਾਏ। ਅੱਕ ਦੀ ਟਾਹਣੀ ਦੇ ਉੱਪਰ ਘਰ ਬਣਾ ਕੇ ਬੈਠਾ ਹੈ, ਅੱਕ ਨੂੰ ਹੀ ਖਾਂਦਾ ਹੈ। ਅੱਕ ਜ਼ਹਿਰ ਵਰਗਾ ਕੌੜਾ ਹੈ, ਉਹਨੂੰ ਖਾ ਕੇ ਮਾਲਕ ਦਾ ਸ਼ੁਕਰ ਕਰਦਾ ਹੈ, ਦਾਤਿਆ ਤੇਰਾ ਸ਼ੁਕਰ ਏ ਇਹ ਖਾਣ ਨੂੰ ਮਿਲਿਆ। ਪਤਾ ਨਹੀਂ ਕਦ ਤੂੰ ਵਰਖਾ ਕਰ ਦੇਣੀ, ਇਹਨੇ ਸੜ ਜਾਣਾ ਹੈ, ਸੁੱਕ ਜਾਣਾ ਹੈ, ਪਤਾ ਨਹੀਂ ਕੀ ਹਾਲ ਹੋਵੇਗਾ, ਮਾਲਕ ਤੇਰਾ ਸ਼ੁਕਰ ਏ। ਤੇ ਦੋਨੇ ਪੰਛੀ, ਚਿੜੀਆਂ ਵੀ ਪੰਛੀ ਤੇ ਟਿੱਡਾ ਵੀ, ਦੋਨੇ ਹੀ ਜਿੰਨੇ ਪੰਛੀ ਨੇ, ਪਸ਼ੂ ਨੇ, ਇਹਨਾਂ ਚੋਂ ਸਟੋਰ ਕੋਈ ਨਹੀਂ ਜੇ ਕਰਦਾ, ਨਾ ਚਿੜੀਆਂ ਕਰਨ। ਕਦੇ ਦੇਖਿਆ ਕਿਸੇ ਚਿੜੀ ਦਾ ਆਹਲਣਾ, ਜਾਨਵਰ ਦਾ ਆਹਲਣਾ ਫੋਲ ਕੇ ਦੇਖ ਲਿਆ ਜੇ, ਉਹਦੇ ਵਿੱਚ 5 ਦਾਣੇ ਵੀ ਤੁਹਾਨੂੰ ਨਹੀਂ ਮਿਲਣਗੇ। ਮਨੁੱਖ ਦਾ ਘਰ ਫੋਲ ਕੇ ਵੇਖ ਲਿਆ ਜੇ, ਇਹਦੇ ਵਿੱਚ ਡਰਮ ਭਰਿਆ ਹੋਇਆ, ਤੁਹਾਨੂੰ ਦਾਣਿਆਂ ਦਾ ਮਿਲ ਹੀ ਜਾਵੇਗਾ। ਮਨੁੱਖ ਨੂੰ ਭਰਮ ਹੈ, ਉਹਨੂੰ ਕੋਈ ਭਰਮ ਨਹੀਂ। ਉਹ ਕਹਿੰਦੇ ਜਿਹੜੇ ਖੁਦਾ ਨੇ ਅੱਜ ਦੇ ਦਿੱਤਾ ਹੈ, ਕੱਲ ਵੀ ਦੇਵੇਗਾ, ਕੱਲ ਵੀ ਦੇਵੇਗਾ। ਇਹਦੇ ਕੋਲ 4 ਮਣ ਦਾਣੇ ਪਏ ਵੀ ਹੋਣ, ਇਹਨੂੰ 4 ਪੁਸ਼ਤਾਂ ਦਾ ਫਿਕਰ ਹੁੰਦਾ ਹੈ। ਆ ਇੰਨੇ ਕੁ ਤਾਂ ਮੇਰੀਆਂ 2 ਪੁਸ਼ਤਾਂ ਤੱਕ ਨਿਭ ਜਾਣੇ ਆ, ਤੇ ਮੇਰੇ ਤੀਜੀ ਚੌਥੀ ਪੁਸ਼ਤ ਕੀ ਕਰੇਗੀ? ਬਈ ਉਹ ਲੂਲੇ ਲੰਗੜੇ ਜੰਮਨੇ ਨੇ, ਬਈ ਉਹਨਾਂ ਤੋਂ ਕੁਝ ਹੋਣਾ ਨਹੀਂ। ਰੱਬ ਨੇ ਉਹਨਾਂ ਦੇ ਵੀ ਕਰਮ ਉਹਨਾਂ ਦੇ ਲਿਖੇ ਨੇ, ਉਹ ਭੋਗਣਗੇ। ਮਹਾਰਾਜ ਸੱਚੇ ਸਰਕਾਰ ਕਹਿੰਦੇ ਨੇ, ਉਹ ਅੱਕ ਜ਼ਹਿਰ ਵਰਗਾ ਖਾ ਕੇ, ਉਹ ਕੰਕਰਾਂ ਨੂੰ ਚੁਗ ਕੇ ਦੋਵੇਂ ਖੁਦਾ ਖੁਦਾ ਕਰਦੇ ਨੇ। ਮਨੁੱਖ ਤੋਂ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਰੱਬ ਦਾ ਸ਼ੁਕਰ ਨਹੀਂ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਖਾਣਾ ਹੈ ਨਾ, ਵਿਅੰਜਨ ਖਾਣਾ ਹੈ ਨਾ, ਮਹਾਰਾਜ ਕਹਿੰਦੇ ਉਹਨੂੰ ਮਨ 'ਚ ਰੱਖਿਆ ਕਰ, ਉਹਦਾ ਸ਼ੁਕਰ ਕਰਿਆ ਕਰ। ਬਾਬਾ ਫਰੀਦ ਸਾਹਿਬ ਕਹਿੰਦੇ ਆ, ਫਰੀਦਾ ਹਉ ਬਲਿਹਾਰੀ 3 ਪੰਖੀਆਂ, ਉਹਨਾਂ ਪੰਛੀਆਂ ਤੋਂ ਮੈਂ ਕੁਰਬਾਨ ਹਾਂ, ਬਲਿਹਾਰ ਹਾਂ। ਕਿੰਨਾ ਤੋਂ? ਜੰਗਲ ਜਿੰਨਾ ਵਾਸ, ਜਿਹੜੇ ਜੰਗਲ ਵਿੱਚ ਵਸਦੇ ਨੇ, ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਉਹ ਕੰਕਰ ਚੁਗਣ, ਔਰ ਜਿਹੜੇ ਆ ਕੰਕਰਾਂ ਨੂੰ ਚੁਗਦੇ, ਟੁਕੜਿਆਂ ਨੂੰ ਚੁਗਦੇ, ਥਲ ਵਸਣ, ਖੁਸ਼ਕ ਜਗਾਵਾਂ ਜੰਗਲਾਂ ਦੇ ਅੰਦਰ ਵਸਦੇ ਨੇ। ਰੱਬ ਨਾ ਛੋੜਨ ਪਾਸ, ਰੱਬ ਵਾਲਾ ਪਾਸਾ ਨਹੀਂ ਛੱਡਦੇ। ਉਹਨਾਂ ਦੀ ਆਸ ਰੱਬ ਤੇ ਆ, ਰੱਬ ਨੇ ਦੇਣਾ ਆ, ਰੱਬ ਸਾਨੂੰ ਪਾਲੇਗਾ, ਰੱਬ ਤੋਂ ਬਗੈਰ ਕੋਈ ਨਹੀਂ। ਮਹਾਰਾਜ ਕਹਿੰਦੇ ਉਹ ਰੱਬ ਦਾ ਪਾਸਾ ਨਹੀਂ ਛੱਡਦੇ, ਤੂੰ ਸਜਣਾ ਜੱਗ ਵਾਲਾ ਪਾਸਾ ਨਹੀਂ ਛੱਡਦਾ, ਤੈਨੂੰ ਰੱਬ ਚੇਤੇ ਨਹੀਂ, ਉਹਨਾਂ ਨੂੰ ਰੱਬ ਚੇਤੇ। ਮਹਾਰਾਜ ਕਹਿੰਦੇ ਮਾਲਕ ਨੂੰ ਚੇਤੇ ਕਰਿਆ ਕਰ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਹੇ। ਕਹਿੰਦੇ ਰੁੱਤ ਬਦਲ ਗਈ, 6 ਰੁੱਤਾਂ ਨੇ, ਰੁੱਤਾਂ ਬਦਲਦੀਆਂ ਨੇ, ਪੱਤ ਝੜ ਆ ਗਈ, ਸਿਸਰ ਰੁੱਤ ਆ ਗਈ। ਔਰ ਉਹ ਰੁੱਤ ਜਦੋਂ ਆਈ, ਵਣ ਕੰਬਿਆ, ਪੌਦੇ ਕੰਬਣ ਲੱਗ ਪਏ, ਪੱਤ ਝੜੇ ਝੜ ਪਾਏ, ਸਾਰੇ ਪੱਤੇ ਜਿਹੜੇ ਝੜ ਗਏ, ਪੱਤਿਆਂ ਤੋਂ ਰਹਿਤ ਹੋ ਗਏ, ਕੰਬਦੇ ਨੇ, ਥਿਰ ਥਰ ਆਉਂਦੇ ਨੇ, ਬਈ ਇਹ ਕੀ ਬਣ ਗਿਆ? ਸਾਰੇ ਪੱਤੇ ਉੱਡ ਪੁੱਡ ਗਏ ਨੇ। ਮਹਾਰਾਜ ਸਾਹਿਬ ਮਿਹਰ ਕਰਦੇ ਨੇ,
ਚਾਰੇ ਕੁੰਡਾਂ ਢੂੰਡੀਆਂ, ਟੁੱਟੇ ਹੋਏ ਪੱਤਿਆਂ ਨੇ ਚੌਗਿਰਦੇ ਹਵਾ ਵਿੱਚ ਘੁੰਮਣਾ ਕੀਤਾ। ਰਹਿਣ ਕੇ ਥਾਊ ਨਾਹੇ, ਉਹਨਾਂ ਦੀ ਰਹਿਣ ਵਾਸਤੇ ਟੁੱਟੇ ਹੋਏ ਪੱਤਿਆਂ ਲਈ ਕਿਤੇ ਵੀ ਇੱਕ ਥਾਂ ਤੇ ਟਿਕਾਣਾ ਨਾ ਮਿਲਿਆ। ਇੱਕ ਨਾਲੋਂ ਟੁੱਟੇ, ਥਾਂ ਥਾਂ ਤੇ ਘੁੰਮੇ, ਕਿਤੇ ਟਿਕਾਓ ਨਾ ਮਿਲਿਆ। ਚਾਰੇ ਕੂਟਾਂ ਦੇ ਵਿੱਚ ਘੁੰਮਦੇ ਫਿਰੇ ਖਤਮ ਹੋ ਗਏ। ਮਹਾਰਾਜ ਸਾਹਿਬ ਕਹਿੰਦੇ ਜੀਵ ਰੁੱਤ ਫਿਰੀ ਸਰੀਰ ਦੀ, ਵਡਾਪਾ ਆ ਗਿਆ, ਪੱਤ ਝੜੇ ਝੜ ਪਾਹੇ। ਕਹਿ ਲੱਗੇ ਪੱਤ ਜਿਹੜੇ ਇੰਦਰੇ ਸਨ ਝੜ ਗਏ, ਦੂਰ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਵਣ ਕੰਬਿਆ। ਵਣ ਕੀ ਆ? ਤਨ। ਸਰੀਰ ਵਡਾਪੇ ਚ ਆ ਕੇ ਬਿਨਾ ਠੰਡ ਤੋਂ ਹੀ ਕੰਬਣ ਲੱਗ ਜਾਂਦਾ ਹੈ, ਔਰ ਹਿੱਲਦਾ ਹੱਥ ਹਿੱਲੀ ਜਾਂਦੇ ਆ, ਸਿਰ ਹਿੱਲੀ ਜਾਂਦਾ। ਮਹਾਰਾਜ ਨੇ ਵੀ ਬਾਣੀ ਅੰਦਰ ਬਚਨ ਕੀਤੇ ਨੇ, ਚਰਨ ਸੀਸ ਕਰ ਕੰਪਨ ਲਾਗੈ, ਨੈਣੀ ਨੀਰ ਆਸਾਰ ਬਹੈ, ਜੀਭਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੇ। ਪੈਰ ਵੀ ਲੜਖੜਾਉਂਦੇ ਨੇ, ਹੱਥ ਵੀ ਔਰ ਬਿਨਾਂ ਹਿਲਾਇਆ ਹਿੱਲਦੇ ਆ, ਸਿਰ ਵੀ। ਮਹਾਰਾਜ ਕਹਿੰਦੇ ਕੰਬਿਆ, ਪੱਤ ਝੜ ਗਏ। ਸੰਸਾਰ ਰੂਪ ਵਨ ਜੰਗਲ ਜਿਹਦੇ ਵਿੱਚ ਰਹਿੰਦਾ ਕੰਬਿਆ, ਕੰਬਣੀ ਛਿੜ ਗਈ। ਜੀਵਾਂ ਰੂਪ ਪੱਤੇ ਝੜਦੇ ਜਾ ਰਹੇ ਨੇ, ਖਤਮ ਹੁੰਦੇ ਜਾ ਰਹੇ ਨੇ। ਚਾਰੇ ਕੁੰਡਾਂ ਢੂੰਡੀਆਂ, ਟੁੱਟੇ ਹੋਏ ਜੀਵ ਜਿਹੜੇ ਇੱਕ ਪਰਮਾਤਮਾ ਨਾਲ ਨਾ ਜੁੜੇ ਨਾ, ਇਹ ਚਾਰੇ ਕੁੰਡਾਂ ਦੇ ਵਿੱਚ ਲੱਭਦੇ ਫਿਰੇ, ਜਗ੍ਹਾ ਕਿਤੇ ਨਹੀਂ ਮਿਲੀ। ਚਾਰ ਕੁੰਟ ਦਹਿ ਦਿਸ ਭ੍ਰਮੇ, ਔਰ ਭਟਕਦੇ ਫਿਰੇ। ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ ਮੇਰ ਕਰਦੇ ਨੇ, ਜਦੋਂ ਹੰਬ ਗਏ ਨਾ, ਜਿਹੜੇ ਥੱਕ ਕੇ ਟੁੱਟ ਕੇ ਪ੍ਰਭੂ ਦੀ ਸ਼ਰਨ ਆ ਗਏ, ਉਹ ਬਚੇ, ਬਾਕੀ ਭਟਕਦੇ ਹੀ ਫਿਰੇ। ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ, ਕਹਿ ਲੱਗੇ ਦੇਖ ਸਜਣਾ, ਪੱਤ ਝੜੇ ਝੜ ਪਾਹੇ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਊ ਨਾਹੇ। ਸਾਹਿਬ ਬਾਬਾ ਫਰੀਦ ਜੀ ਸਾਹਿਬ ਕਹਿੰਦੇ ਨੇ, ਕਹਿੰਦੇ ਕਿਤੇ ਵੀ ਰਹਿਣ ਵਾਸਤੇ ਟਿਕਾਣਾ ਨਹੀਂ ਮਿਲਿਆ। ਇੱਕ ਪਰਮਾਤਮਾ ਤੋਂ ਬਗੈਰ ਕਿਤੇ ਟਿਕਾਣਾ ਨਹੀਂ ਮਿਲਣਾ। ਪਰਮਾਤਮਾ ਨਾਲ ਜੁੜ ਜਾ, ਔਰ ਪਰਮਾਤਮਾ ਨਾਲ ਜੁੜ ਕੇ ਟਿਕਾਣਾ ਬਣ ਜਾਵੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੌ ਮਿਲੈ, ਸਹੀ ਵੇਸ ਕਰਿਓ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਪਰਮਾਤਮਾ ਨਹੀਂ ਮਿਲਦਾ, ਔਰ ਜ਼ਿਆਦੇ ਭੜਕੀਲਿਆਂ ਲਿਬਾਸਾਂ ਦੇ ਨਾਲ, ਬਹੁਤੇ ਚੰਗੇ ਵਸਤਰਾਂ ਦੇ ਨਾਲ, ਕਹਿਣ ਲੱਗੀ ਮੈਂ ਇਸ ਕੱਪੜੇ ਨੂੰ ਪਾੜ ਦੇਵਾਂ, ਇਸ ਕੱਪੜੇ ਨੂੰ ਪਾੜ ਕੇ ਲੀਰਾਂ ਬਣਾ ਦੇਵਾਂ। ਤੇ ਕਹਿੰਦੇ ਇੱਕ ਨਿਗੂਣਾ ਜਿਹਾ ਕੱਪੜਾ ਕੰਬਲੜੀ ਪਹਿਰਿਓ, ਇੱਕ ਆਮ ਨਿਗੂਣਾ ਜਿਹਾ ਕੱਪੜਾ ਪਹਿਨ ਲਵਾਂ, ਤਨ ਤੇ ਓਢ ਲਵਾਂ। ਜਿੰਨੀ ਵੇਸੀ ਸੌ ਮਿਲੈ, ਜਿਹੜੇ ਵੇਸਾਂ ਦੇ ਨਾਲ, ਜਿਹੜੇ ਲਿਬਾਸਾਂ ਦੇ ਨਾਲ ਸੌ ਪਰਮਾਤਮਾ ਮਿਲੇ, ਸਹੀ ਵੇਸ ਕਰਿਓ। ਬਾਬਾ ਫਰੀਦ ਸਾਹਿਬ ਕਹਿੰਦੇ ਉਹ ਵੇਸ ਕਰਾਂ। ਮਹਾਰਾਜ ਕਹਿੰਦੇ ਨੇ ਦੁਨੀਆ ਦੇ ਲੋਗੋ, ਕੱਪੜੇ ਤਾਂ ਬਾਹਰ ਦੇ ਪੁਸ਼ਾਕਾਂ ਤਾਂ ਬੜੀਆਂ ਸੁੰਦਰ ਪਹਿਨ ਲਈਆਂ, ਔਰ ਪਰਮਾਤਮਾ ਤੋਂ ਦੂਰੀ ਬਣ ਗਈ। ਕੁਝ ਉਹ ਆਏ ਜਿਨ੍ਹਾਂ ਨੇ ਤਨ ਦੇ ਉੱਪਰ ਲੀਰਾਂ ਵੱਤ ਕੱਪੜੇ ਪਹਿਨੇ, ਮਾਮੂਲੀ ਜਾਏ ਅਤ ਜਰਜਰੇ ਜਾਏ, ਔਰ ਕੰਬਲੜੀ ਪਹਿਰਿਓ। ਮਹਾਰਾਜ ਕਹਿੰਦੇ ਨਾ ਕੰਬਲੜੀ ਇਹ ਲੀਰਾਂ ਪਹਿਨਣ ਨਾਲ, ਨਾ ਰੇਸ਼ਮ ਪਹਿਨਣ ਨਾਲ ਸਜਣਾ, ਔਰ ਉਹ ਵੇਸ ਕਰ ਜਿਨ੍ਹਾਂ ਲਿਬਾਸਾਂ ਦੇ ਨਾਲ ਰੱਬ ਮਿਲੇ, ਉਹਨੂੰ ਧਾਰਨ ਕਰ। ਧੰਨ ਗੁਰੂ ਅਮਰਦਾਸ ਮਹਾਰਾਜ ਇਸੇ ਸ਼ਬਦ ਦਾ ਖੁਲਾਸਾ ਕਰਦਿਆਂ ਦੀਨ ਦੁਨੀ ਦੇ ਮਾਲਕ ਕਿਰਪਾ ਕਰਦੇ ਨੇ। ਮਹੱਲਾ ਤੀਜਾ, ਕਾਏ ਪਟੋਲਾ ਪੜਤੀ ਕੰਬਲੜੀ ਪਹਿਰੇ। ਕਹਿਣ ਲੱਗੇ ਸਜਣਾ, ਜੇ ਤੇਰੇ ਤਨ ਦੇ ਉੱਪਰ ਸੁੰਦਰ ਕੱਪੜਾ ਪਹਿਰਿਆ ਹੋਇਆ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਕਿਉਂ ਇਹਨੂੰ ਪਾੜ ਪਾੜ ਕੇ ਸਿੱਟਦਾ ਹੈ? ਕੀ
ਤਨ ਦੇ ਉੱਪਰ ਕੇਵਲ ਪਾਟੀਆਂ ਲੀਰਾਂ ਜਾਂ ਮੈਲਾ ਕੁਚੈਲਾ ਕੱਪੜਾ ਪਹਿਨਣ ਦੇ ਨਾਲ ਰੱਬ ਮਿਲ ਜਾਏਗਾ, ਜਾਂ ਮੈਲਾ ਕੁਚੈਲਾ ਵਸਤਰ ਉਤਾਰ ਕੇ ਸੁੰਦਰ ਵਸਤਰ ਪਹਿਨਣ ਦੇ ਨਾਲ ਰੱਬ ਮਿਲ ਜਾਏਗਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਦੁਨੀਆ ਦੇ ਲੋਗੋ, ਬਾਬਾ ਫਰੀਦ ਸਾਹਿਬ ਦੇ ਬਚਨਾਂ ਦੇ ਉੱਪਰ ਕੋਈ ਸ਼ੰਕਾ ਨਹੀਂ, ਬਿਲਕੁਲ ਸਹੀ ਕਹਿੰਦੇ ਆ। ਸੱਜਣੋ, ਗੱਲ ਉਹ ਇਹ ਸਮਝਾਉਂਦੇ ਨੇ ਕਿ ਸਜਣਾ, ਚਾਹੇ ਤੇਰੇ ਰੇਸ਼ਮ ਪਹਿਨਿਆ ਹੋਇਆ ਹੈ, ਚਾਹੇ ਮਾਮੂਲੀ ਜਿਹਾ ਕੱਪੜਾ ਪਹਿਨਿਆ ਹੋਇਆ ਹੈ, ਕਹਿਣ ਲੱਗੇ ਸਜਣਾ, ਨਾ ਸੁੰਦਰ ਵਸਤਰਾਂ ਨਾਲ, ਨਾ ਪਾਟੇ ਕੱਪੜਿਆਂ ਦੇ ਨਾਲ ਰੱਬ ਕਦੋਂ ਮਿਲਦਾ ਹੈ? ਕਹਿੰਦੇ ਸਜਣਾ, ਔਰ ਕੰਬਲੜੀ ਪਹਿਰਿਓ, ਔਰ ਉਹਨੂੰ ਕਿਉਂ ਪਾੜਦਾ ਹੈ? ਨਾਨਕ ਘਰ ਹੀ ਬੈਠਿਆਂ ਸੋ ਮਿਲੇ। ਘਰ ਅੰਦਰ ਬੈਠ, ਤੇ ਘਰ ਕਿਹੜਾ ਹੈ? ਇੱਕ ਤਾਂ ਬਾਹਰ ਦੀ ਭਟਕਣਾ ਛੱਡ ਕੇ ਆਪਣੇ ਘਰ ਵਿੱਚ ਟਿਕਣਾ, ਬਾਹਰੀ ਸੰਸਾਰੀ ਸਮਾਂ ਆਪਣੀ ਕਿਰਤ ਵਿਰਤ ਕੀਤੀ, ਘਰ ਅੰਦਰ ਬੈਠ ਕੇ ਨਾਮ ਜਪ। ਉਦੋਂ ਬਾਅਦ ਔਰ ਘਰ ਹੀ ਬੈਠਿਆਂ ਆਪਣੇ ਘਰ ਵਿੱਚ ਬੈਠ, ਹਿਰਦੇ ਦੇ ਵਿੱਚ ਆਕਾਗਰ ਚਿੱਤ ਹੋ ਕੇ ਟਿਕ, ਇੱਥੇ ਰੱਬ ਮਿਲਣਾ ਹੀ, ਬਾਹਰ ਭਟਕੇ ਨਹੀਂ। ਸਜਣਾ, ਘਰ ਹੀ ਬੈਠਿਆਂ ਸੋ ਮਿਲੇ, ਜੇ ਨੀਅਤ ਰਾਸ ਕਰੇ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਘਰ ਵਿੱਚ ਬੈਠ ਕੇ ਹਿਰਦੇ ਵਿੱਚ ਟਿਕ ਕੇ ਹਿਰਦੇ ਨੂੰ ਪਾਵਨ ਪਵਿੱਤਰ ਬਣਾ, ਆਪਣੀ ਨੀਅਤ ਨੂੰ ਸਾਫ ਸੁਥਰਾ ਬਣਾ। ਆਪਾਂ ਕਹਿੰਦੇ ਨਾ, ਇਹਦੀ ਤਾਂ ਨੀਤ ਬੜੀ ਮਾੜੀ ਆ। ਮਹਾਰਾਜ ਕਹਿੰਦੇ, ਨੀਅਤ ਰਾਸ ਕਰੇ, ਨੀਤ ਨੂੰ ਸਾਫ ਸੁਥਰੀ ਪਵਿੱਤਰ ਬਣਾ, ਸੋਚ ਸਮਝ ਨੂੰ ਪਵਿੱਤਰ ਬਣਾ, ਤੈਨੂੰ ਰੱਬ ਮਿਲ ਜਾਵੇਗਾ ਘਰ ਵਿੱਚ ਬੈਠ ਕੇ ਆਰਾਧ। ਐਵੇਂ ਨਾ ਕੱਪੜਿਆਂ ਨੂੰ ਪਾੜਦਾ ਫਿਰ, ਐਵੇਂ ਨਾ ਹੋਰ ਪਹਿਨਦਾ ਫਿਰ। ਮਹਾਰਾਜ ਸਾਹਿਬ ਕਹਿੰਦੇ, ਉਹ ਵੇਸ ਕਰ ਜਿਨ੍ਹਾਂ ਦੇ ਨਾਲ ਰੱਬ ਮਿਲ ਜਾਵੇ। ਰੱਬ ਮਿਲਣਾ ਹੀ ਹਿਰਦਾ ਪਾਵਨ ਤੇ ਪਵਿੱਤਰ ਕਰਨ ਦੇ ਨਾਲ, ਪਰਮਾਤਮਾ ਨੂੰ ਜਪਣ ਦੇ ਨਾਲ। ਮਹਾਰਾਜ ਬਾਬਾ ਫਰੀਦ ਸਾਹਿਬ ਦੇ ਬਚਨਾਂ ਦਾ ਖੁਲਾਸਾ ਗੁਰੂ ਅਮਰਦਾਸ ਸਾਹਿਬ ਨੇ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿ ਲੱਗੇ, ਮਹੱਲਾ ਪੰਜਵਾ, ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਆਗਾਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੇਖ ਸਜਣਾ, ਰੱਬ ਕਿਹਨਾਂ ਨੂੰ ਨਹੀਂ ਮਿਲਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗਰਭ ਦਾ ਅਰਥ ਹੁੰਦਾ ਹੈ ਹੰਕਾਰ ਤੇ ਵਡਿਆਈਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਦੁਨੀਆ ਦੀਆਂ ਵਡਿਆਈਆਂ ਦਾ ਹੰਕਾਰ ਹੈ, ਅੱਤ ਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਕਾਹਦੀਆਂ ਹੈ? ਮੇਰੇ ਕੋਲ ਧਨ ਬੜਾ, ਜਵਾਨੀ ਬੜੀ, ਮੇਰੇ ਕੋਲ ਸੁੰਦਰਤਾ ਬੜੀ। ਮਹਾਰਾਜ ਸਾਹਿਬ ਮੇਰ ਕਰਦੇ, ਆਗਾਹ, ਉਹਦੇ ਵਿੱਚ ਇੰਨਾ ਕੁ ਗੁੰਥੜ ਹੋ ਗਏ, ਇੰਨੇ ਕੁ ਗਹਿਰੇ ਚਲੇ ਗਏ, ਔਰ ਉਹਦੇ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਹਉਮੈ ਹੰਕਾਰ ਲਾਲਚ ਦੇ ਵਿੱਚੋਂ ਬਾਹਰ ਆਉਣਾ ਮੁਸ਼ਕਲ ਹੋ ਗਿਆ। ਇੰਨੇ ਕੁ ਗਹਿਰੇ ਆਗਾਹ ਉਹਦੇ ਵਿੱਚ ਉਹਨਾਂ ਨੂੰ ਗ੍ਰਹਿਣ ਕਰ ਲਿਆ, ਉਹਦੇ ਵਿੱਚ ਗਹਿਰੇ ਚਲੇ ਗਏ। ਤੇ ਜਿਨ੍ਹਾਂ ਨੇ ਇਹ ਕੁਝ ਕੀਤਾ ਨਾ, ਇਹ ਪਰਮਾਤਮਾ ਨੂੰ ਨਾ ਅਰਾਧਿਆ, ਇਹ ਕੁਝ ਕਰਦੇ ਰਹੇ, ਉਹਨਾਂ ਨੂੰ ਸਾਹਿਬ ਕਹਿੰਦੇ, ਖਾਲੀ ਚੱਲੇ ਧਨੀ ਸਿਉ। ਸੰਸਾਰ ਦੇ ਵਿੱਚੋਂ ਖਾਲੀ ਚੱਲੇ, ਪੱਲੇ ਕੁਝ ਨਹੀਂ ਪਿਆ ਉਹਨਾਂ ਦਾ। ਕਿਵੇਂ? ਔਰ ਕਿਧਰੋਂ? ਧਨੀ ਸਿਉ, ਮਾਲਕ ਪ੍ਰਭੂ ਵੱਲੋਂ ਪਰਮਾਤਮਾ ਦੀ ਬਖਸ਼ਿਸ਼ ਨਹੀਂ ਪ੍ਰਾਪਤ ਹੋਈ, ਪਰਮਾਤਮਾ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਹੋਈ, ਪਰਮਾਤਮਾ ਦੀ ਰਹਿਮਤ ਨਹੀਂ ਪ੍ਰਾਪਤ ਹੋਈ। ਪਰਮਾਤਮਾ ਨੇ ਇਹਨਾਂ ਤੇ ਮਿਹਰ ਭਰੀ ਨਜ਼ਰ ਨਹੀਂ ਕੀਤੀ। ਇਹਨਾਂ ਕੋਲ ਭਾਵੇਂ ਇਹ ਧਨ ਸੀ, ਜੋਬਨ ਸੀ, ਸੁੰਦਰਤਾ ਸੀ, ਵਡਿਆਈਆਂ ਸੀ, ਮਹਾਰਾਜ ਸਾਹਿਬ ਕਹਿੰਦੇ ਖਾਲੀ ਚੱਲੇ ਧਨੀ ਸਿਓ। ਮਾਲਕ ਵੱਲੋਂ ਖਾਲੀ ਕਿਵੇਂ ਚੱਲੇ ਨੇ? ਮਹਾਰਾਜ ਕਹਿੰਦੇ ਟਿੱਬੇ ਜਿਉ ਮੀਆਹੂ। ਹੁਣ ਟਿੱਬੇ ਦੇ ਉੱਪਰ ਮੀਂਹ ਪੈ ਜਾਵੇ, ਟਿੱਬਾ ਮਤਲਬ ਸਮਝਦੇ ਹੋ ਨਾ, ਵੱਡਾ ਸਾਰਾ ਢੇਰ ਮਿੱਟੀ ਦਾ ਲੱਗਾ ਹੋਵੇ, ਉੱਤੇ ਮੀਂਹ ਪਵੇ, ਭਾਵੇਂ 4 ਕਣੀਆਂ ਪੈਣ ਥੱਲੇ ਆ ਜਾਂਦੀਆਂ ਨੇ, ਉਹਦੇ ਤੇ ਕੋਈ ਮਤਲਬ ਨਹੀਂ ਰਹਿੰਦਾ। ਮਹਾਰਾਜ ਸਾਹਿਬ ਕਹਿੰਦੇ
ਸੰਸਾਰ ਦੇ ਵਿੱਚ ਵਰਖਾ ਨਾਮ ਦੀ ਗਿਆਨ ਦੀ ਹੈ। ਮਨਮੁਖ ਜਿਹੜਾ ਹੈ ਆਪਣੀ ਵਡਿਆਈ, ਆਪਣੇ ਜੋਬਨ, ਆਪਣੇ ਧਨ, ਆਪਣੇ ਸੁਪਨ ਦੇ ਵਿੱਚ ਔਰ ਰਤਾ ਹੋਇਆ। ਮਹਾਰਾਜ ਕਹਿੰਦੇ ਆਖਰ ਨੂੰ ਖਾਲੀ ਜਾਂਦਾ, ਜਿਵੇਂ ਟਿੱਬੇ ਤੋਂ ਪਾਣੀ ਪਾਸੇ ਰਿੜ ਜਾਂਦਾ। ਇਹਦੇ ਤੇ ਵੀ ਗੁਰੂ ਦੇ ਬਚਨ ਦੀ ਜਿਹੜੀ ਵਰਖਾ ਹੁੰਦੀ ਆ ਨਾ, ਉਹ ਪਾਸੇ ਰਿੜ ਜਾਂਦੀ ਹੈ। ਹਿਰਦੇ ਨੂੰ ਨਿਵਾਨਤਾ ਵਿੱਚ ਲਿਆ, ਨਿਮਰਤਾ ਵਿੱਚ ਆ, ਨੀਵਿਆਂ ਦੇ ਵਿੱਚ ਜਲ ਖਲੋਂਦਾ ਹੀ, ਨੀਵਿਆਂ ਵਿੱਚ ਗੁਰੂ ਦੀ ਕਿਰਪਾ ਟਿਕਦੀ। ਜਿਹੜੇ ਹਿਰਦੇ ਨੀਵੇਂ ਹੋ ਜਾਂਦੇ, ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਉਹ ਖਾਲੀ ਜਾਂਦੇ ਨੇ। ਮਹਾਰਾਜ ਮਿਹਰ ਕਰਦੇ ਨੇ। ਫਰੀਦਾ ਤਿਨਾ ਮੁਖ ਡਰਾਵਣੇ। ਮਹਾਰਾਜ ਕਹਿੰਦੇ ਦੁਨੀਆ ਵਿੱਚ ਮੂੰਹ ਉਹਨਾਂ ਦੇ ਬੜੇ ਚਿਹਰੇ ਡਰਾਉਣੇ ਨੇ। ਕਿਹਨਾਂ ਦੇ? ਜਿਨ੍ਹਾਂ ਦਾ ਰੰਗ ਨਹੀਂ ਚੰਗਾ, ਜਿਨ੍ਹਾਂ ਦੇ ਨੈਣ ਨਕਸ਼ ਨਹੀਂ ਚੰਗੇ, ਉਹਨਾਂ ਨੂੰ ਨਹੀਂ ਮਹਾਰਾਜ ਨੇ ਕਿਹਾ। ਇਹ ਕਿਹਨਾਂ ਨੂੰ ਕਿਹਾ ਹੈ? ਜਿਨ੍ਹਾਂ ਵਸਾਰਿਓ ਨ ਨਾਓ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਵਿਸਰ ਗਿਆ, ਭੁੱਲ ਗਿਆ, ਕਦੇ ਵਾਹਿਗੁਰੂ, ਅੱਲਾ, ਰਾਮ, ਖੁਦਾ ਚੇਤੇ ਹੀ ਨਹੀਂ ਆਇਆ, ਕਦੇ ਜਪਿਆ ਹੀ ਨਹੀਂ ਪਰਮਾਤਮਾ। ਕਹਿੰਦੇ ਉਹਨਾਂ ਦੇ ਮੂੰਹ ਡਰਾਉਣੇ ਨੇ, ਚਿਹਰੇ ਡਰਾਉਣੇ ਨੇ। ਇੱਥੇ ਦੁੱਖ ਘਨੇਰਿਆ, ਇੱਥੇ ਵੀ ਦੁੱਖ ਬਹੁਤੇ ਝੱਲਦੇ ਨੇ ਉਹ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ, ਪਰਮਾਤਮਾ ਅੱਗੇ ਝੁਕੇ ਨਹੀਂ, ਅੱਗੇ ਠੌਰ ਨਾ ਠਾਓ, ਅੱਗੇ ਉਹਨਾਂ ਨੂੰ ਟਿਕਣ ਵਾਸਤੇ ਜਗ੍ਹਾ ਨਹੀਂ ਮਿਲਦੀ, ਆਵਾਗਮਨ ਦੇ ਵਿੱਚ ਪਏ ਰਹਿੰਦੇ। ਮਹਾਰਾਜ ਮਿਹਰ ਕਰਦੇ ਨੇ। ਫਰੀਦਾ ਪਿਛਲ ਰਾਤ ਨਾ ਜਾਗਿਓ ਏ, ਜੀ ਵੰਦੜੋ ਮੋਇਓ ਏ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਹੈ ਮਨੁੱਖਾਂ ਵਾਲਾ ਤਨ, ਸਰੀਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਰੱਬ ਨੂੰ ਮਿਲਣ ਵਾਸਤੇ ਮਿਲਿਆ ਜੇ। ਇਹ ਜਿਹੜਾ ਮਨੁੱਖਾਂ ਵਾਲਾ ਸਰੀਰ ਹੈ, ਤੇ ਸੱਚੀ ਸਰਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਬਚਨ ਕੀਤੇ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ। ਮਹਾਰਾਜ ਹੋਰ ਜਗ੍ਹਾ ਵੀ ਬਾਣੀ ਵਿੱਚ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਔਰ ਮਨੁੱਖਾ ਜਨਮ ਦਾ ਇਹ ਲਾਹਾ ਏ, ਇਹਨੂੰ ਲੈ। ਤੇ ਇਧਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪਿਛਲ ਰਾਤ ਨਾ ਜਾਗਿਓ ਏ, ਜੀ ਵੰਦੜੋ ਮੋਇਓ ਏ। ਮਹਾਰਾਜ ਕਹਿੰਦੇ ਜਿਹੜਾ ਪਿਛਲੀ ਰਾਤੇ, ਰਾਤ ਸਾਰੀ ਬਤੀਤ ਹੋ ਗਈ, ਪਹਿਰ ਰਾਤ ਰਹਿੰਦੀ, ਔਰ ਰਾਤ ਜਦੋਂ ਢਲ ਗਈ, ਦਿਨ ਚੜ੍ਹਨ ਵੱਲ ਨੂੰ ਤੁਰ ਪਿਆ। ਕਹਿੰਦੇ ਅੰਮ੍ਰਿਤ ਵੇਲੇ ਜਿਹੜਾ ਜਾਗਿਆ ਨਹੀਂ, ਰੱਬ ਦਾ ਸਿਮਰਨ ਕਰਨ ਨਹੀਂ ਲੱਗਾ, ਨਿਤਨੇਮ ਨਹੀਂ ਕਰਨ ਲੱਗਾ, ਵਾਹਿਗੁਰੂ ਵਾਹਿਗੁਰੂ ਜਪਣ ਨਹੀਂ ਲੱਗਾ, ਖੁਦਾ ਖੁਦਾ ਨਹੀਂ ਜਪਣ ਲੱਗਾ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਪਿਛਲੀ ਰਾਤੇ ਨਹੀਂ ਜਾ ਕੇ ਕੁਝ ਕਰਨ ਲੱਗਾ, ਉਹ ਜਿਉਂਦਾ ਹੀ ਮਰ ਗਿਆ ਹੈ। ਔਰ ਮੁਰਦੇ ਦੀ ਨੁਮਾ, ਜਿਵੇਂ ਕਹਿ ਦਈਏ ਮੁਰਦਾ ਤੁਰਿਆ ਫਿਰਦਾ ਹੈ ਨਾ, ਜੇ ਰੱਬ ਨੂੰ ਨਹੀਂ ਜਪਦਾ, ਉਹ ਜਿਉਂਦਾ ਹੀ ਮੁਰਦਾ ਬਣਿਆ ਹੈ, ਜਿਉਂਦਾ ਹੀ ਮੁਰਦਾ ਤੁਰਿਆ ਫਿਰਦਾ ਹੈ, ਰੱਬ ਵੱਲੋਂ ਮਰ ਚੁੱਕਾ ਹੈ, ਜਪਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੈਂ ਰੱਬ ਵਿਸਾਰਿਆ, ਤੂੰ ਤਾਂ ਰੱਬ ਨੂੰ ਭੁੱਲ ਗਿਆ ਹੈ ਨਾ, ਕਿ ਉਹਨੇ ਮੈਨੂੰ ਕੀ ਕੁਝ ਦਿੱਤਾ ਹੈ, ਤਾਂ ਰੱਬ ਨਾ ਵਿਸਰਿਓ। ਇਹ ਕਹਿ ਲੱਗੇ ਰੱਬ ਨਹੀਂ ਤੈਨੂੰ ਭੁੱਲਿਆ, ਰੱਬ ਜਾਣਦਾ ਹੈ ਕਿ ਤੈਨੂੰ ਭੇਜਿਆ ਹੈ, ਤੂੰ ਕੀ ਵਾਅਦੇ ਕਰਕੇ ਆਇਆ ਹੈ, ਔਰ ਤੈਨੂੰ ਕਿੰਨੀ ਆਜੂ ਦਿੱਤੀ ਹੈ। ਰੱਬ ਨਹੀਂ ਤੈਨੂੰ ਭੁੱਲਿਆ, ਰੱਬ ਦੇ ਤੂੰ ਚੇਤੇ ਵਿੱਚ ਹੈ ਕਿ ਤੇ ਕਰਮ ਕੀ ਕਰਦਾ ਪਿਆ, ਤੈਨੂੰ ਉਹਦੀਆਂ ਸਜ਼ਾਵਾਂ ਮਿਲਣੀਆਂ ਈ, ਤੂੰ ਰੱਬ ਨੂੰ ਭੁੱਲ ਗਿਆ। ਜੇ ਰੱਬ ਤੈਨੂੰ ਭੁੱਲ ਜਾਂਦਾ ਤਾਂ ਤੇਰੇ ਅੰਦਰ ਸਵਾਸ ਤਾਂ ਹੀ ਚੱਲਦੇ, ਤੂੰ ਰੱਬ ਦੇ ਚੇਤੇ ਆ, ਰੱਬ ਦੇ ਚਿੱਤ ਵਿੱਚ ਇਹ ਵੀ ਭੇਜਿਆ ਹੋਇਆ, ਇਹਦੇ ਨਾਲ ਵੀ ਹਿਸਾਬ ਕਿਤਾਬ ਕਰਨਾ। ਜਾ ਕੇ ਜਿਹੜਾ ਭੁੱਲਿਆ ਫਿਰਦਾ, ਮਹਾਰਾਜ ਸਾਹਿਬ ਕਹਿੰਦੇ ਤਾਂ ਹੀ ਤੁਰਿਆ ਫਿਰਦਾ ਹੈ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਏ। ਮਹਾਰਾਜ ਸਾਹਿਬ ਕਹਿੰਦੇ ਤੂੰ ਰੱਬ ਨੂੰ ਭੁੱਲ ਗਿਆ, ਰੱਬ ਤੈਨੂੰ ਨਹੀਂ ਭੁੱਲਿਆ। ਮਹਾਰਾਜ ਕਹਿੰਦੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੀ ਸਰਕਾਰ ਕਹਿੰਦੇ ਫਰੀਦਾ ਕੰਤ ਰੰਗਾਵਲਾ ਵੱਡਾ ਵਿਹਮੋਤਾ। ਬਾਬਾ ਫਰੀਦ ਸਾਹਿਬ ਦੇ ਮੁਖ ਵਿੱਚ ਪਾ ਕੇ ਬਚਨ ਉਹਨਾਂ ਵੱਲੋਂ ਉਚਾਰੇ, ਕਹਿੰਦੇ ਕੰਤ ਰੰਗਾਵਲਾ, ਕੰਤ ਅਕਾਲ ਪੁਰਖ ਵੈਗੁਰੂ ਪਤੀ ਪਰਮੇਸ਼ਵਰ, ਬਹੁਤ ਰੰਗਾਂ ਵਾਲਾ, ਪ੍ਰੇਮ ਵਾਲਾ, ਰੰਗਾਂ ਵਾਲਾ ਹੈ, ਹਰ ਰੰਗ ਦਾ ਦਾਤਾ ਹੈ।
तेरी जिंदगी दे रंग, तेरी जिंदगी विच भी रंग भरन वाला वो दाता है। महाराज सच्चे पातशाह मेहर कर दे। वड्डा सारियां तो वड्डा, सब ते वड्डा सतगुरु नानक जिन कल राखी मेरी वेह मोहताज, ओनू किसी दी मोहताजी नहीं, इहदे तो वेर रहते। और दुनिया मोहताज है, उन्हें कुछ लेना है, रब ने दुनिया तो कुछ नहीं लेना, वे मोहताज। महाराज कहते अल्लाह से ती रतिया, जेड़ा अल्लाह परमात्मा खुदा वैगुरु नाल रता मता गया ना, ਉਹਦੇ ਨਾਲ ਇਹੋ ਸੰਚਾਵਾ ਸਾਧ ਕਹਿੰਦੇ ਸੱਚ ਦੀ ਸਾਜਣਾ ਹੀ, ਇਹ ਸੱਚ ਦਾ ਮਾਰਗ ਹੀ ਜਿਹੜਾ ਸੱਚ ਵੱਲ ਨੂੰ ਤੁਰ ਪਿਆ, ਜਪਣ ਲੱਗ ਪਿਆ। ਮਹਾਰਾਜ ਮੇਹਰ ਕਰਦੇ। ਮਹੱਲਾ ਪੰਜਵਾਂ। ਪੰਜਵੇਂ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੈ ਨਾਲ। ਮਹਾਰਾਜ ਸਾਹਿਬ ਕਹਿੰਦੇ ਜਿਵੇਂ ਦੁਨੀਆ ਵੱਜਦੀ ਪਈ ਆ ਨਾ, जो दुनिया बोलती पई आ, जिमें ढोलक वजदी ते नाल ही दुनिया वजदी है, कह लगे तू पी वजै नाल, जिमें दुनिया करदी पई तू भी उवें ही करी जाना। तू तो रब वाले पासे नूं तुरदा, तेनू तो पता लग जाता। असीं कहने जी वो फलाने ने, तो देखो जी फलाना भी तो आए सी। करनी अपनी अपनी, सिमरन अपना अपना है, भगती अपनी अपनी आ। ये ना वेखो कि फलाने दे ककार पाए पहने हुए हा ते ओ गुस्ताखियां करदा, ओनू की होया। ये ना देखो, ये देखो कि मैनू अपनी कमाई कीती मिलनी आ, ओनू ओदी कमाई कीती मिलनी आ। ओने तुहाडे कमाई दा हिस्सेदार नहीं बनना, तुसी ओदे कुकर्मां दे हिस्सेदार नहीं बनना। ये ध्यान रखना। असीं ना किसी नूं भी कोई गल कहीए बई तू आ ना कर, वो एग्जाम्पल देगा वो फलाना भी करदा, तू ओदे तो की लैना, अपने वल्ले झात, अपनी अपने गिरीवान में सिर नीवा कर देख, तेरे विच गुस्ताखी ना होवे। और ओदे कीते दा भुगतान तानू रब ने भुगता देना है। महाराज सच्चे पातशाह मेहर करदे ने, तू पी वजै नाल सोई जियो ना वजदा, जिस अल्लाह करदा सार। महाराज कहंदे ओ जीव दुनिया वाले चालों में नहीं चलता, भगतां वाली चाल चलता है। ताई सब कहते भगतां की चाल नराली, चाला निराली, भगतां केरी बिखम मार्ग चलना। और उन्हां दी चाल वखरी है, भगतां तै सारियां जोड़ कदे ना आया, और इन्हां दा मिलाप कदे नहीं। भगत ने हर जगह ते भगवान नूं चाहना है, ते संसारी ने हर जगह ते समान नूं चाहना है। मैनूं इत्थों कुछ मिले, मैनू इत्थों नफा की होवेगा। महाराज सच्चे पातशाह कहंदे और सजना, और वो परमात्मा दा ए साजी साहब कहंदे महला पंजवा। फरीदा दुख सुख एक कर, दिल ते लाहे वेखार। दुख आवे जां जिंदगी च सुख दा समा आवे, इन्हां नूं एक समानता लिया। समानता की, तेनू रब ना विसरे, तेनू सिमरन ना विसरे, तेनू गुरुद्वारा मंदिर मस्जिद ना भुले, तेनू बंदगी ना भुले। वाहगुरु वाहगुरु जपें दुख विच भी, और जपेंगा ते दुख खत्म हो जाणगे, सुख सुविधा मिलीए। रब नूं चेते कर, भुलना। दुख सुख एक कर, दिल ते लाहे वेकार। जिहड़ियां बुरियां आदतां है ना, दोनों समयां विच, दुख विच भी ते सुख विच भी, उन्हां नूं दूर कर। अपने अंदरों उस परत नूं खत्म कर दे, उधेड़ दे। दिल दे विचों विकारी विचारां दा खात्मा कर। अल्लाह भावै सो भला, जेड़ा कुछ ये कुछ करेगा अल्लाह भावै, वो अल्लाह नूं खुदा नूं वैगुरु नूं भा जावेगा, चंगा लगेगा। ते जेड़ा वैगुरु नूं चंगा लगा सो भला, वो चंगा है, वो भला पुरुष है। महाराज साहब कहंदे तां तिस वक्त जदों तेरे विच अच्छाई आ गई, चंगियाई आ गई, तां लभी दरबार, उस वेले उहदा दरबार लभ जाना है, तू उहदे च प्रवेश कर जाना है, उहदे घर दे विच। महाराज मेहर कर दे। महला पंजवा। पंजवें गुरुदेव सतगुरु कृपा कर दे। महाराज सच्चे पातशाह दीन दुनी दे मालक मेहर कर दे ने, रहमतां दे घर विच आए, रहमत बरसाउंदे। फरीदा दुनी वजाई वजदी, तू भी वजै नाल, सोई जियो ना वजदा, जिस अल्लाह करदा सार।
महाराज साहब कहते सजना दुनिया की तरह तू ना वज, तू ना उवें तुर, उस चाल दे नाल महाराज कहते सोई जियो ना वजदा। वो जीव वजंतरी बन के दुनिया वाले बोल नहीं, वो दाते वाले बोलता है। जिस अल्लाह करदा सार जिदी केर गुरु करदा है, जिदे ते ध्यान गुरु दा आ जांदा है, गुरु दा ध्यान उहदे ते आउंदा जे संगत जी। जेड़ा गुरु गुरु जपदा है, महाराज मेहर कर दे। महला पंजवा, फरीदा दिल रता इस दुनी स्यों, दुनी ना किता कम। महाराज कहंदे दिल जेड़ा है ना, ये दुनिया दे विच रत्ता मत्ता पिया, दुनिया दे रंग मंच नूं वेख के, इत्थों दे कौतक देख के इधर नूं प्रभावित वध हुंदा है। पर जदों संसार तो जीव चलदा है, ये दुनिया दियां वस्तु उहदे किसे काम नहीं आउंदियां, कोई नाल नहीं तुरदी। ना इत्थों दा रंगमंच, ना परिवार, ना रिश्तेदार, ना मित्र, इत्थों तक कि तन भी नाल नहीं तुरदा। दुनी ना किता कम। महाराज कहंदे मिसल फकीरां गाखुड़ी, सो पाइए पूर करम। मिसल और जेड़े कट्ठे हुए फकीरां दी सलाह, फकीरां दा कठ, फकीरां दा मशवरा, गाखड़ी उन्हां दी भगती। और जेड़ी है ना कहंदे गाखड़ी है तां औखी, सिमरन करना आखण औखा साचा नाओ, जपना बड़ा औखा है। कह लगे सो पाइए पूर करम, कहंदे ओदी किरपा दे नाल ओ पा लईदा है। सो पाइए पूर करम, ओदी प्राप्ति चंगे कर्मां दे नाल, और कर्म ओदी बख्शिश हो जाती, फिर जाके इहदी प्राप्ति हुंदी, इहदे नाल मिलाप हुंदा है, फिर सतगुरु दी रहमत वरस जाती है। ये सच्ची सरकार ने साडे ते किरपा कीती है। असीं अमृत वेले नूं संभालिया करिए। ते जेड़े उठ बैठने आ ना, बहुत ताद अंदर उठ के भी गल्लां बातां विच समा गुजार देने आ, और जे बैठ के नहीं तुरदे फिरदे वाहिगुरू वाहिगुरू, जिन्हां नूं बाणी याद वो बाणी पढ़िया करो, और जिन्हां कोल बैठण दा समा वो बैठ के, माइयां बीबियां घर दा कारोबार करदियां जे, जिन्हां नूं बाणी चेते वो बाणी पढ़िया करो। घर दे विच तुहाडे सारे बाणी हो जावे, बौकर फेर के विहड़े विचों कूड़ा कढदियां हो ना, ते नाल वाहिगुरू वाहिगुरू चित्त विच चलेगा, ते दुख भी जेड़े आ ना ते कलेश ने वाहिगुरू वाहिगुरू दा जल छिड़क के, और जेड़ी उडदी विकारां दी ईरखा दी मिट्टी आ ओनू बहा देवोगियां, ते टोकरा भर के कूड़े दे नाल वाहिगुरू दी बुहारी दे के ओनू कूड़े करकट नूं दुखां नूं बाहर कढ देवोगी। जे वाहिगुरू वाहिगुरू जपोगे, जपया करो, अमृत वेला संभालिया करो, गुरु का दीदार करया करो, गुरु दे बचनां नूं कमाईए, परिवारां विच लियाईए, घरां विच उतारीए। साडे घरां विच गुरु के बचन आउण, गुरु आवे, गुरबाणी आवे, ते जिथे मेरा गुरु आ जावे उत्थे दुख नहीं जे रहिंदा। दुख तां ही ने साडे घरां चों, हिरदे घरां चों, बाहरी घरां चों गुरु भुल गया। गुरु वाला साडे घरां च माहौल नहीं रह गया, माहौल लच्चरता ने और आके वो टकाने बना लए ने। जिथों गुरु ने जिहड़ी जगह ते बहना सी उत्थे लच्चरता आके बैठ गई, ते फिर आ सारा लच्चरता दा आपां वेखदे ना की हुंदा, अखबारां भरियां ने, सोशल मीडिया भरे ने, सारी लच्चरता दी देन आ। गुरु किरपा करे कि गुरबाणी नूं ओ टकाने देईए, गुरबाणी नूं हिरदे विच टकाईए। साडा आया सफला बेअंत भुल्लां दी खिमा, सतगुरु दे बचन जान के, सतगुरु की संगत हिरदियां च वसाया ने। दास नूं सतगुरु दे दर दा, आप संगत दे दर दा कूकर जान के बेअंत भुल्लां दी खिमा करिया जे। इन्नियां को बेनतियां प्रवान करिया जे। वाहिगुरू जी का खालसा, वाहिगुरू जी की फतेह।